ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ ਹਾਂ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਤੇ ਤਰੁੱਠ ਕਰਕੇ ਚੱਲ ਰਹੀ ਗੁਰੂ ਬਾਣੀ ਦੀ ਲੜੀਵਾਰ ਕਥਾ ਦੇ ਦੁਆਰਾ ਸਾਨੂੰ ਉਸ ਮਾਲਕ ਦਾ ਮਾਰਗ ਦੱਸਦੇ ਨੇ। ਗੁਰੂ ਕਿਰਪਾ ਕਿਵੇਂ ਕਰਦਾ ਹੈ? ਜਦ ਉਹ ਕਿਰਪਾ ਕਰਦਾ ਹੈ ਤੇ ਫਿਰ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਸਤਿਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 1398 ਅੰਗ ਤੋਂ ਆਰੰਭ ਹੁੰਦੀ ਹੈ। ਜੋ ਭੱਟਾਂ ਦੇ ਸਵਈਏ ਆਰੰਭ ਹੋਏ ਹਨ ਤੇ ਭੱਟ ਸਾਹਿਬਾਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕਰਦੇ ਆ ਰਹੇ ਨੇ। ਭੱਟ ਸਤਿਗੁਰੂ ਗਰੀਬ ਨਵਾਜ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਅੰਦਰ ਪਾਵਨ ਧਰਤੀ ਰਾਮਸਰ ਦੀ ਤੇ ਖਲੋ ਕਰਕੇ ਗੁਰੂ ਕੀ ਉਸਤਤ ਪੈ ਕਰਦੇ ਨੇ। ਹੇ ਦਿਆਲੂ ਕਿਰਪਾਲੂ ਸਤਿਗੁਰੂ, ਤੁਸੀਂ ਮਿਹਰ ਜਿਹਦੇ ਤੇ ਵਰਸਾ ਦਿੰਦੇ ਹੋ, ਜਿਹੜਾ ਤੁਹਾਡੀ ਗਲ ਵਕੜੀ ਦੇ ਵਿੱਚ ਆ ਜਾਵੇ ਨਾ ਮੇਰੇ ਮਾਲਿਕ, ਉਹਨੂੰ ਤੱਤੀ ਹਵਾ ਵੀ ਨਹੀਂ ਲੱਗ ਸਕਦੀ। ਮਹਾਰਾਜ ਦੀ ਉਸਤਤ ਕਰਦਿਆਂ ਭੱਟ ਜੀ ਕਹਿੰਦੇ ਨੇ, ਸਤਿਗੁਰ ਖੇਮਾ ਤਾਨਿਆ ਜੁਗ ਜੂਥ ਸਮਾਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕਰਦਿਆਂ ਭੱਟ ਕੱਲ ਜੀ ਕਹਿੰਦੇ ਨੇ, ਸਤਿਗੁਰੂ ਰਾਮਦਾਸ ਮਹਾਰਾਜ ਆਪ ਜੀ ਨੇ ਇੱਕ ਚੰਦੋਆ ਤਾਨਿਆ ਸੁੰਦਰ। ਉਹ ਚੰਦੋਏ ਦੇ ਥੱਲੇ ਚਾਰੇ ਜੁਗ ਜਿਹੜੇ ਨੇ ਆ ਕਰਕੇ ਸਮਾ ਗਏ ਨੇ। ਮਹਾਰਾਜ ਉਹ ਕਿਹੜਾ ਚੰਦੋਆ ਹੈ? ਮਹਾਰਾਜ ਆਪ ਨੇ ਖੇਮਾ ਦਾ ਚੰਦੋਆ ਤਾਨਿਆ ਹੈ। ਖਿਮਾ ਕਰਨੀ, ਦਇਆ ਕਰਨੀ, ਦਿਆਲਤਾ ਕਰਨੀ, ਦੁਖੀਆਂ ਦੇ ਦਰਦ ਹਰਨੇ, ਦੂਰ ਕਰਨੇ। ਮਹਾਰਾਜ ਜਿਹੜੇ ਜੁਗਾਂ ਜੁਗੰਤਰਾਂ ਦੇ ਜੀਵ ਭਟਕਦੇ ਫਿਰਦੇ ਸਨ, ਕਿਤੇ ਵੀ ਸ਼ਾਂਤੀ ਨਹੀਂ ਸੀ ਮਿਲਦੀ। ਲੋਕ ਪਰਲੋਕ ਦੇ ਵਿੱਚ ਮਹਾਰਾਜ ਉਹ ਤੁਹਾਡੀ ਸ਼ਰਨ ਵਿੱਚ ਆਏ, ਤੁਹਾਡੇ ਕੋਲ ਆ ਗਏ। ਤੁਸਾਂ ਨੇ ਨਾਮ ਦੀ ਦਾਤ ਬਖਸ਼ੀ, ਇਹ ਖੇਮਾ ਉਹਨਾਂ ਤੇ ਤਰਸ ਕੀਤਾ। ਇਸ ਚੰਦੋਏ ਦੇ ਥੱਲੇ ਜੂਥ ਕਹੀਏ ਸਮੂਹ, ਜਿੰਨੇ ਸ਼ਾਂਤੀ ਭਾਲਣ ਵਾਲੇ, ਦੁਖੀ, ਰੋਗੀ, ਸੋਗੀ, ਉਹ ਸਾਰੇ ਦੇ ਸਾਰੇ ਮਹਾਰਾਜ ਇਸ ਆ ਕਰਕੇ ਖਿਮਾ ਦੇ ਵਿੱਚ ਸਮਾ ਗਏ, ਖਿਮਾ ਦੇ ਪਾਤਰ ਬਣੇ।
ਮਹਾਰਾਜ ਜਦੋਂ ਆਪ ਨੇ ਉਹਨਾਂ ਤੇ ਖੇਮਾ ਦਾ ਚੰਦੋਆ ਤਾਣਿਆ, ਉਹ ਤੁਹਾਡੀ ਛਤਰ ਛਾਇਆ ਹੇਠ ਆ ਗਏ ਨਾ, ਫਿਰ ਯੁੱਗ ਦਾ ਅਰਥ ਆ ਦੋ, ਇੱਕ ਆ ਜੀਵ ਤੇ ਇੱਕ ਆ ਈਸ਼ਵਰ। ਮੇਰੇ ਮਾਲਕ, ਜਿਹੜਾ ਜੀਵ ਈਸ਼ ਦਾ ਅੰਤਰਾ ਪਿਆ ਸੀ ਨਾ, ਭੇਦ ਪਿਆ ਹੋਇਆ ਸੀ, ਦੂਰ ਗਏ ਹੋਏ ਸਨ ਜੀਵ ਈਸ਼ਵਰ ਤੋਂ। ਮੇਰੇ ਮਾਲਕ ਜੀ, ਤੁਸੀਂ ਜਦ ਖੇਮਾ ਕਰਕੇ ਉਹਨਾਂ ਨੂੰ ਨਾਮ ਦਾ ਦਾਨ ਦਿੱਤਾ, ਤੁਹਾਡੀ ਸ਼ਰਨ ਵਿੱਚ ਆ ਗਏ ਮਹਾਰਾਜ। ਉਹ ਸਮੂਹ ਜਿੰਨੇ ਸਨ ਮਾਲਕ ਦੇ ਵਿੱਚ ਜਪ ਕੇ ਨਾਮ ਸੇਵਾ ਕਰਕੇ ਸਮਾਨੇ ਸਮਾ ਗਏ, ਸਮਿਲਤ ਹੋ ਗਏ, ਮਾਲਕ ਦੇ ਵਿੱਚ ਮਿਲ ਗਏ। ਮਹਾਰਾਜ ਮੇਰ ਕਰਦੇ, ਅਨਭਉ ਨੇਜਾ ਨਾਮ ਟੇਕ, ਜਿਤ ਭਗਤ ਆਘਾਣੇ। ਮਹਾਰਾਜ, ਜਿਹੜਾ ਅਨਭਉ ਪ੍ਰਕਾਸ਼ ਹੈ ਤੁਹਾਡੇ ਹਿਰਦੇ ਅੰਦਰ, ਤੇ ਤੁਸਾਂ ਨੇ ਔਰ ਨਾਮ ਦਾ ਜਿਹੜਾ ਹੈ ਨੇਜਾ ਪਕੜਿਆ ਹੋਇਆ ਹੈ। ਟੇਕ ਪਰਮਾਤਮਾ ਅਨਭਉ ਪ੍ਰਕਾਸ਼ ਅਕਾਲ ਦੀ ਰੱਖੀ ਹੋਈ ਆ, ਉਸ ਦਾ ਸਰੂਪੋਂ ਭੈ ਤੋਂ ਰਹਿ ਤੋਂ, ਜਿਤ ਭਗਤ ਆਗਾਣੇ, ਜਿਹਦੇ ਨਾਲ ਜੁੜ ਕੇ, ਜਿਹੜੇ ਨਾਮ ਨੂੰ ਜਪ ਕੇ, ਜਿਹੜੇ ਗੁਰੂ ਦੀ ਸ਼ਰਨ ਆ ਕੇ, ਜਿਹੜੇ ਭਗਤ ਚਾਹੁੰਦੇ ਨੇ, ਸੰਸਾਰੀਆਂ ਦੀਆਂ ਇੱਛਾਵਾਂ ਨੇ ਬੇਅੰਤ ਪ੍ਰਕਾਰ ਦੀਆਂ, ਮਹਾਰਾਜ ਜਦੋਂ ਤੁਹਾਡੇ ਚਰਨ ਸਰਨ ਵਿੱਚ ਆ ਜਾਂਦੇ ਨੇ, ਉਹ ਆਘਾਣੇ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ। ਭੁੱਖ ਕੋਈ ਨਹੀਂ ਰਹਿੰਦੀ, ਦੁੱਖ ਕੋਈ ਨਹੀਂ ਰਹਿੰਦਾ, ਮੰਗ ਕੋਈ ਨਹੀਂ ਰਹਿੰਦੀ, ਡਿਮਾਂਡ ਕੋਈ ਨਹੀਂ ਰਹਿੰਦੀ, ਉਹ ਤੁਹਾਡੇ ਵਿੱਚ ਸਮਾ ਜਾਂਦੇ ਨੇ। ਤੁਹਾਡਾ ਆਸਰਾ ਤੁਸੀਂ ਨਾਮ ਦਾ ਲਿਆ, ਉਹਨਾਂ ਨੂੰ ਨਾਮ ਦਾ ਆਸਰਾ ਦਿੰਦੇ ਹੋ। ਇਹ ਸੱਚੀ ਸਰਕਾਰ ਮਿਹਰ ਕਰ ਦਿੰਦੇ ਹੋ। ਗੁਰ ਨਾਨਕ ਅੰਗਦ ਅਮਰ, ਭਗਤ ਹਰ ਸੰਗ ਸਮਾਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੂਜਨੀਕ ਧੰਨ ਗੁਰੂ ਨਾਨਕ ਦੇਵ ਮਹਾਰਾਜ, ਅੰਧਕਾਰ ਨੂੰ ਕੱਟਣ ਹਾਰੇ ਔਰ ਉਹਨਾਂ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਪੂਜੇ ਯੋਗ, ਗੁਰੂ ਅਮਰਦਾਸ ਮਹਾਰਾਜ ਪੂਜੇ ਯੋਗ, ਤੇ ਉਹਨਾਂ ਤੋਂ ਆਪ ਨੇ ਬਖਸ਼ਿਸ਼ ਪ੍ਰਾਪਤ ਕੀਤੀ। ਗੁਰੂ ਅਮਰਦਾਸ ਮਹਾਰਾਜ ਤੋਂ ਉਹਨਾਂ ਦੇ ਹੁਕਮ ਨੂੰ ਕਬੂਲਿਆ, ਤੇ ਜਿੰਨੇ ਭਗਤ ਸੇਵਕ ਸਾਧੂ ਉਹਨਾਂ ਦੇ ਅਮਰ ਹੁਕਮ ਨੂੰ ਕਮਾਉਣ ਵਾਲੇ ਨਾ, ਉਹ ਹਰੀ ਈਸ਼ਵਰ ਜਿਹੜਾ ਪਾਰ ਬ੍ਰਹਮ ਦਾਤਾਰ ਪ੍ਰਭੂ ਆ, ਸੰਗ ਸਮਾਣੇ ਔਰ ਉਹਦੇ ਨਾਲ ਸਮਾ ਜਾਂਦੇ, ਮਿਲ ਜਾਂਦੇ ਨੇ। ਜਪਣ ਵਾਲੇ, ਮਾਰਗ ਤੇ ਟੁਰਨ ਵਾਲੇ, ਜਿਵੇਂ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਮਿਲ, ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਿਲ ਕੇ ਗੁਰੂ ਅੰਗਦ ਸਰੂਪ ਹੋਏ। ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਨਾਲ ਮਿਲ ਕੇ ਗੁਰੂ ਅੰਗਦ ਸਰੂਪ ਹੋ ਗਏ, ਤੇ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨਾਲ ਮਿਲ ਕੇ ਔਰ ਉਹੀ ਰੂਪ ਹੋ ਗਏ। ਜੋਤ ਉਹ ਹਿਰਦੇ ਅੰਦਰ ਜਗਮਗਾਈ, ਇਹੋ ਰਾਜ ਜੋਗ ਗੁਰ ਰਾਮਦਾਸ ਤੁਮਹੁ ਰਸ ਜਾਣੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਜੋ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਨਕ ਰਾਜ ਚਲਾਇਆ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਜੋਗ ਚਲਾਇਆ ਸੀ ਨਾ, ਪਰਿਵਾਰ ਵਿੱਚ ਸੰਸਾਰ ਵਿੱਚ ਰਹਿ ਕਰਕੇ ਨਿਰੰਕਾਰ ਨੂੰ ਜਪਣਾ ਤੇ ਜੁੜਨਾ। ਮਹਾਰਾਜ ਸੱਚੇ ਪਾਤਸ਼ਾਹ ਉਹ ਤੁਸਾਂ ਗੁਰੂ ਅਮਰਦਾਸ ਮਹਾਰਾਜ ਤੋਂ ਉਹ ਰਾਜ ਜੋਗ ਨੂੰ ਪਾਉਣਾ ਕੀਤਾ ਹੈ। ਮੇਰੇ ਮਹਾਰਾਜ ਇਹੋ ਰਾਜ ਜੋਗ ਜਿਹੜਾ ਸੰਸਾਰ ਵਿੱਚ ਰਹਿਣਾ ਤੇ ਰਹਿ ਕੇ ਜੁੜਨਾ, ਸੁਰਤ ਨੂੰ ਮਾਲਕ ਨਾਲ ਜੋੜੀ ਰੱਖਣਾ, ਟੁੱਟੀ ਹੋਈ ਸੁਰਤ ਨੂੰ ਜੋੜ ਲੈਣਾ। ਮੇਰੇ ਮਾਲਕ ਗੁਰੂ ਰਾਮਦਾਸ ਮਹਾਰਾਜ ਤੁਮਹੁ ਰਸ ਜਾਣੇ, ਇਹ ਰਸ ਨੂੰ ਤੁਸੀਂ ਜਾਣਦੇ ਹੋ, ਇਹ ਰਸ ਨੂੰ ਤੁਸੀਂ ਮੰਨਦੇ ਹੋ। ਇਹ ਰਸ ਦਾ ਪਤਾ ਕਿਸੇ ਨੂੰ ਨਹੀਂ, ਤੇ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਚੱਲ ਕੇ ਮਹਾਰਾਜ,
ਉਹਨੂੰ ਉਹ ਰਸ ਬਖਸ਼ ਦਿੰਦੇ ਹੋ ਜਿਹੜੇ ਰਸ ਨੂੰ ਤੁਸੀਂ ਜਾਣਦੇ ਹੋ, ਮਾਣਿਆ, ਆਨੰਦਿਤ ਹੋਏ ਹੋ। ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਧਰਿਆ। ਜਨਕ ਸੋਏ, ਉਹ ਜਨਕ ਗਿਆਨਵਾਨ ਹੈ। ਜਨਕ ਦਾ ਅਰਥ ਗਿਆਨ ਵੀ ਹੁੰਦਾ ਹੈ, ਜਨਕ ਦਾ ਅਰਥ ਪਿਤਾ ਵੀ ਹੁੰਦਾ, ਜਨਕ ਦਾ ਅਰਥ ਮਹਾਰਾਜਾ ਜਨਕ ਵੀ। ਪਰ ਇੱਥੇ ਅਰ ਜਥਾ ਪ੍ਰਕਰਣੰ ਤਥਾ ਅਰਥੰ, ਇੱਥੇ ਮਤਲਬ ਹੈ ਜਨਕ ਦਾ ਗਿਆਨਵਾਨ ਹੋਣਾ। ਗਿਆਨਵਾਨ ਸੋਏ ਉਹ ਹੈ ਜਿਹਦੇ ਕੋਲ ਬ੍ਰਹਮ ਦਾ ਗਿਆਨ ਹੈ। ਔਰ ਜਿਨ ਜਾਣਿਆ, ਉਹ ਗਿਆਨਵਾਨ ਹੈ ਜਿਹਨੇ ਰੱਬ ਨੂੰ ਜਾਣ ਲਿਆ, ਰੱਬ ਦੇ ਬੋਲਾਂ ਨੂੰ ਜਾਣ ਲਿਆ, ਰੱਬ ਦੇ ਮਾਰਗ ਨੂੰ ਜਾਣ ਲਿਆ। ਮਾਲਕ ਕਹਿਣਾ ਕੀ ਚਾਹੁੰਦਾ ਹੈ। ਗਿਆਨਵਾਨ ਉਹ ਨਹੀਂ ਕਿ ਜਿਹੜਾ ਰੱਬ ਦੀ ਗੱਲ ਨੂੰ ਕੱਟਣ ਲੱਗ ਪਏ, ਉਹ ਗਿਆਨ ਨਹੀਂ। ਮਹਾਰਾਜ ਕਹਿੰਦੇ ਉਹ ਗਿਆਨਵਾਨ ਹੈ ਜਿਨ ਜਾਣਿਆ ਔਰ ਜਿਨੇ ਪਰਮਾਤਮਾ ਨੂੰ ਜਾਣ ਲਿਆ। ਮਹਾਰਾਜ ਜਨਕ ਸਾਰਿਆਂ ਤੋਂ ਵੱਡੇ, ਸਭ ਦੇ ਪਿਤਾ ਸਰੂਪ ਤੁਸੀਂ ਹੋ, ਤੇ ਉਹਨੇ ਗਿਆਨ ਨੂੰ, ਜਿਨੇ ਨਾਮ ਨੂੰ, ਪਰਮਾਤਮਾ ਨੂੰ ਜਾਣਿਆ, ਉਨ ਮਨ ਔਰ ਰਥ ਧਰਿਆ। ਉਹਨਾਂ ਦਾ ਮਨ ਜਿਹੜਾ ਸੀ ਨਾ, ਮਨ ਦਾ ਰਥ ਡੋਲਦਾ ਫਿਰਦਾ ਸੀ, ਤੇ ਰਥ ਦੇ ਉੱਪਰ ਸਵਾਰ ਹੈ, ਜਿੱਧਰ ਨੂੰ ਰਥ ਜਾਵੇਗਾ ਉਹਦੇ ਨਾਲ ਔਰ ਰਥਵਾਹੀ ਤੇ ਰਥ ਦੇ ਉੱਪਰ ਬੈਠਾ ਵੀ ਜਾਏਗਾ। ਔਰ ਮਹਾਰਾਜ ਮਿਹਰ ਕਰਦੇ ਨੇ ਮਾਲਕ, ਉਹਨਾਂ ਦੇ ਮਨ ਰੂਪੀ ਰਥ ਜਿਹੜਾ ਕਦੀ ਇੱਧਰ ਨੂੰ ਭਟਕਦਾ ਸੀ, ਕਦੀ ਉੱਧਰ ਨੂੰ, ਕਬਹੂ ਜੀਆੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਆੜਾ ਥੇਰਨਾ ਰਹਿਤ, ਚਾਰੇ ਕੁੰਡਾ ਭਾਲੇ। ਉਹ ਮਨ ਰੂਪੀ ਰਥ ਨੂੰ ਤੁਸਾਂ ਨੇ ਕਿਰਪਾ ਕਰਕੇ ਨਾ ਔਰ ਉਹਦੇ ਹਿਰਦੇ ਅੰਦਰ ਧਰਿਆ, ਟਿਕਾਇਆ। ਉਹ ਅੰਦਰ ਇੱਕ ਜਗ੍ਹਾ ਤੇ ਟਿਕਾਣੇ ਤੇ ਟਿਕ ਗਿਆ। ਜਿਵੇਂ ਮਹਾਭਾਰਤ ਦੇ ਯੁੱਧ ਅੰਦਰ ਜਦੋਂ ਅਰਜੁਨ ਨੇ ਕ੍ਰਿਸ਼ਨ ਜੀ ਤੋਂ ਮੌਕੇ ਦੇ ਅਵਤਾਰ ਤੋਂ ਸਹਾਇਤਾ ਮੰਗੀ ਨਾ, ਤੇ ਕਿਹਾ ਬਈ ਕ੍ਰਿਸ਼ਨ ਜੀ ਨੇ ਕਿਹਾ ਇੱਕ ਪਾਸੇ ਮੇਰੀ ਸਾਰੀ ਨਾਰਾਇਣੀ ਸੈਨਾ ਰਥ ਬੱਗੀਆਂ ਰੈਕਲੇ, ਤੇ ਇੱਕ ਪਾਸੇ ਦੁਰਯੋਧਨ ਖੜਾ ਹੈ ਵੀ ਅਰਜਨਾ ਮੰਗ ਤੁਹਾਨੂੰ ਕੀ ਚਾਹੀਦਾ, ਸੈਨਾ ਦੇ ਦਈਏ ਸਾਰੀ, ਸਾਰੇ ਸ਼ਸਤਰ ਦੇ ਦਈਏ? ਕਹਿੰਦਾ ਨਹੀਂ ਚਾਹੀਦੇ। ਜਿਹੜਾ ਦੁਰਯੋਧਨ ਸੀ ਕਹਿੰਦਾ ਸਭ ਕੁਝ ਮੈਨੂੰ ਦੇ ਦਿਓ, ਸਭ ਕੁਝ ਮੈਨੂੰ ਦੇ ਦਿਓ। ਕਹਿਣ ਲੱਗੇ ਬਈ ਅਰਜਨ ਫਿਰ ਤੈਨੂੰ ਕੀ ਚਾਹੀਦਾ? ਕਹਿੰਦੇ ਮੈਨੂੰ ਭਗਵਾਨ ਤੂੰ ਚਾਹੀਦਾ, ਮੇਰੇ ਰਥ ਦੀ ਰਥਵਾਹੀ ਤੂੰ ਕਰੇ, ਰਥਵਾਹੀ ਤੂੰ ਬਣੇ। ਤੈਨੂੰ ਪਤਾ ਹੈ ਰਥ ਕਿੱਥੇ ਲਿਜਾ ਕੇ ਖਿਲਾਰਨਾ ਹੈ ਤੇ ਕਿੱਥੇ ਰਥ ਟਿਕਾਇਆ ਖਿਲਾਰਿਆ ਜਿੱਤ ਹਾਸਲ ਹੋਣੀ ਆ। ਜਿੱਤ ਇਹਨਾਂ ਨਾਲ ਰੈਕਲਿਆਂ ਨਾਲ, ਤੀਰਾਂ ਨਾਲ, ਤੀਰ ਮੈਂ ਵੀ ਚਲਾ ਲੈਣਾ ਹੈ, ਪਰ ਤੀਰਾਂ ਨਾਲ ਇਹਨਾਂ ਨਾਲ ਨਹੀਂ ਹੋਣੀ। ਤੇ ਉਸ ਜੁਮਲ ਦੇ ਵਿੱਚ ਫਸੇ ਹੋਏ ਰਥ ਨੂੰ ਕੱਢ ਕੇ ਔਰ ਇਹਨਾਂ ਸਾਰਿਆਂ ਦਾ ਨਾਸ਼ ਕਰਨ ਲਈ ਗੱਭੇ ਰਥ ਲਿਜਾ ਕੇ ਔਰ ਸਾਰੇ ਮਾਰ ਬਚਾਉਣੇ, ਸਾਰਿਆਂ ਨੂੰ ਭਜਾਉਣਾ ਕਿਵੇਂ, ਤੇਰੇ ਤੋਂ ਬਗੈਰ ਕੋਈ ਨਹੀਂ ਜਾਣਦਾ। ਫਿਰ ਕ੍ਰਿਸ਼ਨ ਜੀ ਉਹਦੇ ਰਥਵਾਹੀ ਬਣੇ ਸੀ। ਮਹਾਰਾਜ ਜਿਹੜਾ ਮਨ ਦਾ ਰਥ ਆ ਨਾ ਸਾਡਾ ਗੁਰੂ ਰਾਮਦਾਸ ਸਾਹਿਬ ਜੀ, ਔਰ ਇਹਦਾ ਸਾਨੂੰ ਪਤਾ ਹੀ ਨਹੀਂ ਕਿਹੜੇ ਪਾਸੇ ਖੜਾ ਕਰੀਏ। ਆਲਿਓ ਅਦਾਲਿਓ ਵੈਰੀ ਦਲੇ, ਪੰਜ ਵਿਕਾਰ, ਦੁਰਾਚਾਰ, ਈਰਸ਼ਾ, ਨਿੰਦਿਆ, ਚੁਗਲੀ, ਪਤਾ ਨਹੀਂ ਕੀ ਕੀ ਕੁਝ ਕਿੰਨੇ ਕੁ ਫੁਰਨੇ ਨੇ ਇਹਨੂੰ ਡਲਾਉਂਦੇ ਆ। ਤੇ ਆਪ ਇਸ ਰਥ ਦੇ ਉੱਪਰ ਬੈਠੋ, ਇਹ ਰਥ ਨੂੰ ਤੁਸੀਂ ਚਲਾਓ ਤਾਂ ਇਹ ਟਿਕਾਣੇ ਤੇ ਜਾਵੇਗਾ। ਫਿਰ ਉਹ ਰਥ ਨੂੰ ਲਿਆ ਕੇ ਉਨਮਨ, ਉਨਮਨ ਦਾ ਅਰਥ ਹੁੰਦਾ ਤੁਰੀਆ ਅਵਸਥਾ, ਜਿਹਨੂੰ ਕੇਵਲ ਮੋਕਸ਼ ਕਹਿੰਦੇ ਨੇ, ਅੰਦਰ ਟਿਕਾ ਦਿੱਤਾ। ਉਹਦੇ ਵਿੱਚ ਉਸ ਅਵਸਥਾ 'ਚ ਮਨ ਨੂੰ ਟਿਕਾ ਦਿੱਤਾ। ਹੁਣ ਹਿਲਾ ਕੋਈ ਨਹੀਂ ਸਕਦਾ, ਕੋਈ ਵੀ ਉਹਦੀ ਸੁਰਤ ਨੂੰ ਖੰਡਾ ਕੋਈ ਨਹੀਂ ਸਕਦਾ, ਸੁਰਤ ਨੂੰ ਤੋੜ ਕੋਈ ਨਹੀਂ ਸਕਦਾ। ਤੇ ਜਦੋਂ ਅੰਦਰ ਤੋਂ ਮਨ ਦਾ ਨਿਸ਼ਚਾ ਨਾ ਡੋਲਿਆ, ਮਨ ਇੱਧਰ ਉੱਧਰ ਨਾ ਹੋਇਆ, ਮਨ ਮਾਲਕ ਨਾਲ ਜੁੜਿਆ, ਇੱਕ ਥਾਂ ਤੇ ਅਸਥਿਤੀ ਪ੍ਰਾਪਤ ਕੀਤੀ ਆ, ਤੇ ਇੱਕ ਥਾਂ ਤੇ ਰਥ ਖੜਾ ਹੈ ਤੇ ਉਹਦੇ ਨੇੜੇ ਕੋਈ ਨਹੀਂ ਟੁਕਦਾ ਔਰ ਉਹ ਹਾਰਦਾ ਨਹੀਂ,
ਉਹ ਆਪਣੀ ਜਗ੍ਹਾ ਤੇ ਕਾਬਜ ਦੂਜੇ ਨੂੰ ਹੋਣ ਨਹੀਂ ਦਿੰਦਾ। ਜਦੋਂ ਮਨ ਅੰਦਰ ਟਿਕ ਗਿਆ ਨਾ, ਇਹ ਦੂਜੇ ਜ਼ਾਲਮ ਜਿਹੜੇ ਉਹੀ ਭੱਜ ਜਾਣਗੇ। ਉਹ ਅਵਸਥਾ ਦੇ ਵਿੱਚ ਮਨ ਨੂੰ, ਤੁਰੀਆ ਅਵਸਥਾ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਤੁਸੀਂ ਕਿਰਪਾ ਕਰਕੇ ਟਿਕਾ ਦਿੰਦੇ ਹੋ। ਉਹਦਾ ਮਨ ਸਿੱਖ ਦਾ ਜਿਹੜਾ ਹੈ, ਉਹਨ ਮਨ ਰਥ ਧਰਿਆ, ਹਿਰਦੇ ਵਿੱਚ ਧਰਿਆ, ਟਿਕਾ ਦਿੱਤਾ ਮਨ ਰੂਪੀ ਰਥ ਨੂੰ। ਸਤ ਸੰਤੋਖ ਸਮਾਚਾਰੇ, ਮਹਾਰਾਜ ਜਿਹੜਾ ਸਤ ਤੇ ਸੰਤੋਖ ਸਮ ਭਲੀ ਪ੍ਰਕਾਰ ਅਰਚੇ, ਗ੍ਰਹਿਣ ਕੀਤੇ ਜਿਹੜੇ ਸ਼ੁਭ ਗੁਣ, ਸਤ ਸੰਤੋਖ ਤੋਂ ਆਦ ਔਰ ਜਿਹੜੇ ਸ਼ੁਭ ਗੁਣ ਸਨ ਮਾਲਕ ਉਹ ਗ੍ਰਹਿਣ ਕੀਤੇ ਜੀਵ ਨੇ। ਤੇ ਜਦੋਂ ਇਹ ਇਕੱਠੇ ਹੋ ਗਏ ਨਾ ਹਿਰਦੇ ਦੇ ਵਿੱਚ ਚੰਗੇ ਗੁਣ ਚੰਗਿਆਈਆਂ, ਫਿਰ ਮਹਾਰਾਜ ਸਾਹਿਬ ਕਹਿੰਦੇ ਅਭਰਾ ਸਰ ਭਰਿਆ। ਅਭਰਾ ਮੈਨਾ ਹੁੰਦਾ ਖਾਲੀ, ਸਰ ਮੈਨਾ ਸਰੋਵਰ। ਜਿਹੜਾ ਹਿਰਦੇ ਦਾ ਸਰੋਵਰ ਭਾਂਡਾ ਖਾਲੀ ਸੀ ਨਾ, ਜਦੋਂ ਸ਼ੁਭ ਗੁਣ ਇਕੱਠੇ ਕੀਤੇ, ਹੇ ਗੁਰੂ ਰਾਮਦਾਸ ਮਹਾਰਾਜ ਤੁਸਾਂ ਕਿਰਪਾ ਕਰਕੇ ਉਹਨੂੰ ਭਰਿਆ, ਗੁਣਾਂ ਨਾਲ ਭਰ ਦਿੱਤਾ। ਹੁਣ ਊਣਾ ਕਿਸੇ ਪਾਸਿਓਂ ਨਹੀਂ ਰਹਿ ਗਿਆ, ਕੋਈ ਖਿਆਲ ਨਹੀਂ ਉਪਜਦਾ। ਮਹਾਰਾਜ ਹੁਣ ਤੁਸਾਂ ਭਰ ਦਿੱਤਾ ਹੈ ਹਿਰਦੇ ਨੂੰ। ਆਕਥ ਕਥਾ ਅਮਰਾਪੁਰੀ, ਮਹਾਰਾਜ ਜਿਹੜੀ ਆਕਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਕਥਾ ਤੇਰੀ ਵਿਚਾਰ, ਤੇਰੇ ਬੋਲ, ਤੇਰੀ ਉਪਮਾ ਅਮਰਾਪੁਰੀ। ਔਰ ਅਮਰਪੁਰੀ ਦਾ ਅਰਥ ਵਿਦਵਾਨ ਗੋਇੰਦਵਾਲ ਵੀ ਕਰਦੇ ਆ, ਔਰ ਅਮਰਾਪੁਰੀ ਗੁਰੂ ਕੀ ਸੰਗਤ ਵੀ ਅਰਥ ਕਰਦੇ ਨੇ। ਔਰ ਜਿੱਥੇ ਗੁਰੂ ਵਸਦਾ ਹੈ ਉਹ ਅਮਰਪੁਰੀ ਹੈ, ਉੱਥੇ ਦੁੱਖ ਰੋਗ ਨੇੜੇ ਨਹੀਂ ਆਉਂਦਾ। ਅਮਰਾਪੁਰੀ ਉਹ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਹ ਪੁਰੀ ਜਿਹੜੀ ਹੈ ਉਹਦੀ ਕਥਾ, ਉੱਥੇ ਰਹਿਣ ਵਾਲਿਆਂ ਦੀ ਕਥਾ, ਉਸ ਪੁਰੀ ਦੇ ਮਾਲਕ ਦੀ ਕਥਾ ਜਿਹੜੀ ਅਕਥ ਹੈ, ਬਿਆਨ ਤੋਂ ਬਾਹਰ ਹੈ। ਪਰ ਪਾਤਸ਼ਾਹ ਜਿਹਦੇ ਤੇ ਆਪ ਤੁਰਠ ਜਾਂਦੇ ਹੋ, ਜਿਵੇਂ ਗੁਰੂ ਰਾਮਦਾਸ ਸਾਹਿਬਾਂ ਤੁਹਾਡੇ ਉੱਪਰ ਗੁਰੂ ਅਮਰਦਾਸ ਸਾਹਿਬ ਤੁਰਠ ਗਏ, ਉਹਨਾਂ ਨੇ ਤੁਹਾਨੂੰ ਉਹ ਪੁਰੀ ਦੀ ਕਥਾ ਬਖਸ਼ ਦਿੱਤੀ। ਕਿਵੇਂ ਕਰਨੀ, ਵਿਚਾਰ ਕਿਵੇਂ ਕਰਨੀ, ਵਿਚਾਰ ਕਿਵੇਂ ਦੇਣੇ, ਉਹ ਤੁਹਾਨੂੰ ਬਖਸ਼ਿਸ਼ ਕਰ ਦਿੱਤੀ। ਜਿਹਦੇ ਤੇ ਤੁਸੀਂ ਤੁਰਠ ਜਾਂਦੇ ਹੋ ਨਾ, ਮਹਾਰਾਜ ਉਸ ਪੁਰੀ ਦੀਆਂ ਉਹਨੂੰ ਗੱਲਾਂ ਦੀ ਦਾਤ ਬਖਸ਼ ਦੇਨੇ ਆ। ਉਹ ਦਾਤਾਂ ਬਖਸ਼ ਦੇਨੇ ਜੈਸ ਦੇਹ ਸੋ ਪਾਵੇ। ਜਿਹਨੂੰ ਤੁਸੀਂ ਗੁਰੂ ਰਾਮਦਾਸ ਸਾਹਿਬ ਬਖਸ਼ਿਸ਼ ਕਰੋ ਨਾ, ਇਹ ਦਾਤਾਂ ਉਹ ਹੀ ਪਾ ਸਕਦਾ ਹੈ, ਆਪੋਂ ਕੋਈ ਨਹੀਂ ਪਾ ਸਕਦਾ, ਆਪੋਂ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀਆਂ। ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਿਆ ਵੈ। ਜਨਕ ਰਾਜ ਦਾ ਅਰਥ ਆ ਧਰਮ ਦਾ ਰਾਜ। ਜਨਕ ਰਾਜ ਦਾ ਮਹਿਨਾ ਆ, ਜਨਕ ਨੇ ਘਰ ਪਰਿਵਾਰ ਰਾਜ ਪਾਟ ਵਿੱਚ ਰਹਿ ਕੇ ਤੇ ਸੁਰਤ ਨੂੰ ਮਾਲਕ ਨਾਲ ਜੋੜਿਆ ਤੇ ਪ੍ਰਜਾ ਨੂੰ ਮਾਲਕ ਨਾਲ ਜੋੜਿਆ। ਉਹ ਰਾਜ ਜਿਹੜਾ ਸੀ ਮਹਾਰਾਜ ਐਸਾ, ਔਰ ਤੁਝ ਹੀ ਬਨ ਆਵੇ, ਤੁਹਾਨੂੰ ਬਨ ਆਉਂਦਾ ਹੈ। ਇਹ ਨਹੀਂ ਕਿ ਉਹਦੀ ਗੱਲ ਕਰਨੀ, ਉਹ ਐਗਜ਼ਾਮਪਲ ਦਿੱਤਾ ਹੈ ਕਿ ਮਹਾਰਾਜ ਜਿੱਥੇ ਜਨਕ ਜੁੜਿਆ ਸੀ ਤੇ ਦੂਜਿਆਂ ਨੂੰ ਜੋੜਦਾ ਸੀ, ਧਰਮ ਕਮਾਉਂਦਾ ਸੀ। ਮਹਾਰਾਜ ਜਿਹੜਾ ਸਿੱਖ ਤੁਹਾਡੇ ਕੋਲ ਆਉਂਦਾ ਹੈ ਨਾ, ਜਨਕ ਤੁਸੀਂ ਐਸੇ ਪਿਤਾ ਸਰੂਪ ਹੋ ਜਿਵੇਂ ਪਿਤਾ ਦੇ ਰਾਜ ਦਾ ਮਾਲਕ ਹਿੱਸੇਦਾਰ ਪੁੱਤਰ ਵੀ ਬਣਦਾ ਹੈ। ਮਹਾਰਾਜ ਤੁਹਾਡੇ ਕੋਲ ਨਾਮ ਦੀ ਦਾਤ ਆ, ਤੁਸੀਂ ਉਹ ਰਾਜ ਤੇ ਦਾ ਹਿੱਸੇਦਾਰ ਬਣਾ ਦਿੰਦੇ ਹੋ, ਉਹਨੂੰ ਮਾਲਕ ਬਣਾ ਦਿੰਦੇ ਹੋ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਉਹ ਰਾਜ ਜਿਹੜਾ ਬਖਸ਼ਿਆ ਹੈ ਨਾ, ਗੁਰਤਾ ਗੱਦੀ ਦਾ ਔਰ ਆਤਮਕ ਪ੍ਰਕਾਸ਼ ਦਾ, ਗਿਆਨ ਦਾ, ਮਹਾਰਾਜ ਇਹ ਤੁਹਾਨੂੰ ਹੀ ਬਣ ਆਉਂਦਾ ਹੈ, ਫੱਬਦਾ ਹੈ, ਕਿਸੇ ਹੋਰ ਨੂੰ ਨਹੀਂ। ਇਹ ਕਿਸੇ ਹੋਰ ਤੋਂ ਨਹੀਂ ਹੋ ਆਉਣਾ ਜੋ ਆਪ ਕੌਤਕ ਦੁਨੀਆ ਵਿੱਚ ਵਰਤਾ ਰਹੇ ਹੋ। ਇੱਥੋਂ ਤੱਕ ਨਲ ਭੱਟ ਨੇ 13 ਸਵਈਏ ਕਹੇ, ਔਰ ਅੱਗੇ ਜਿਹੜਾ ਆ, ਔਰ ਕੱਲ ਭੱਟ ਨੇ ਇੱਥੋਂ ਤੱਕ 13 ਸਵਈਏ ਕਹੇ ਨੇ। ਕੱਲ ਨਾਮੇ ਭੱਟ ਨੇ, ਅੱਗੇ ਨਲ ਭੱਟ ਦੇ ਸਵਈਏ ਚੱਲਦੇ ਨੇ, ਜਿਹਦੀ ਕਬਿੱਤ ਰੂਪ ਚਾਲ ਆ। ਔਰ ਇਹ ਸਵਈਏ ਇਹਨਾਂ ਦਾ, ਔਰ ਜਿਹੜਾ ਹੈ ਸਰਲੇਖ ਇਹਨਾਂ ਦੀਆਂ ਚਾਲਾਂ ਵਿੱਚ ਬਦਲਦੀਆਂ। ਜਿਹੜੇ ਬਾਣੀ ਪੜ੍ਹਦੇ ਆ ਨਾ, ਇਹਦਾ ਗਿਆਨ ਰੱਖਦੇ, ਉਹਨਾਂ ਨੂੰ ਪਤਾ ਹੈ।
और भट्ट जी कहते सतगुर नाम एक लेव मन जपै दृढ़ तिन जन दुख पाप कहो कत हुवै जियो। बड़े प्रेम दे नाल कहन लगे सतगुरु जेड़ा तेरे नाम नू तेरी बख्शिश नाम नू भगवान दे नाम नू एक लिव जोड़ के मन एकाग्रत करके हिरदे विच दृढ़ करके उन्हों जपे उन्हों आराधे उन्हों सिमरे परमात्मा नू याद करे। जेड़ा याद करदा है ना इस तरीके दे नाल ते भट्ट जी कहंदे ने तिन जन उस जीव नू दुख पाप कहो कत हुवै जियो। उस जीव नू ना कदे दुख हुंदा है ना उन्होंने पाप पो सकते ने और कदे भी उन्होंने पाप पद्रव दुख निश्चय तो डला नहीं सकते। जिदी लिव सुरत जिन्हें टुटी हुई जोड़ लई ते अंदर दृढ़ परपक्क विश्वास है प्रभु ते उदा नाम जेड़ा सतगुरु रामदास साहब दा जपदा है अकाल दा नाम जेड़ा जपदा है उन्हों दुख कदे नहीं हुंदा। वो सदा सुख लीन है हमेशा सुख दे विच और उदा वस है ते सुखां दी उन्हों प्राप्ति रहिंदी आ। महाराज कृपा करदे ने जदों ऐसा होया ते साहब कहंदे तारन तरन खिन मातर जाकू दृष्ट धारै। और महाराज सच्चे पातशाह कहंदे आ हे वैगुरु जदों तू कृपा करना है तारन तरन खिन मातर जाकू दृष्ट धारै शब्द रिद विचारै काम क्रोध खोवै जियो। हे मेरे वैगुरु जेड़े नाम जपदे आ ना ते तेरे गुणां नूं धारण करदे ने महाराज उन्हां दे तारण पार उतारन दे लई तरन तुसी जहाज रूप हो। जेड़ा तेरा नाम जपदा है ना उहदे तारण वास्ते तेरा नाम उहदे लई जहाज है। जपन रूप उहदे विच असवार हो जांदा है संसार विच कतई डुबदा नहीं मालक दे घर पहुंच जांदा है। महाराज दे जो बचन कहे ने बाणी अंदर भट्ट साहबान ने ते विद्वान कहंदे महापुरुष कि वाहिगुरु नाम जहाज है नाम जहाज है वैगुरु दा जपना। चढ़े जेड़े उहदे विच चढ़ना किवें आ असवार किवें होना है जपना अंदरों दृढ़ होके सो ओ उतरे पार। हुण आपां जहाज इत्थे उडदे वेखदे आ ना इधरों गड़गजा पाउंदा आउंदा जवाक भी रौला पाउंदे आपां सियाणे भी वेखण लग जाने थोड़ा जिहा नीवां चले तां बई किसी कंध कोले ची ना वज जे वेखो किन्ना नेड़े जांदा। हुण जहाज दे विच बैठण दा इक निजम आ हारी सारी थोड़ा भी आया आप इत्थे तुरे जांदे ने आखांगे रोकी जा लाई जरा कोठी दे उत्ते इत्थे जे लाई मैं बैठना है थोड़ा उच बैठिया जाना उहदा निजम है। उहदे निजम पूरे करके उहदी टिकट लैके फिर विच बैठदे ने ते फिर जाके वो उडारी भरदा है फिर वो इस स्टेशन तो और दूजे ते लै जांदा है। महाराज सच्चे पातशाह कहंदे ने ओ सजना वैगुरु दा नाम ता जहाज है तू बोली भी जाना है चढ़ते हुए तरदे हुए लोगां नूं भी देखी जाना उडदियां नूं उहदे विच ते उडदियां होइयां दियां किन्ने को गए चले बई ये साडे पिंडों फलाना जहाज ते चढ़ के फलाने देश चला गया फलाना चढ़ के फलाने चला गया। बड़े गुरु के सिखां दा इतिहास बड़े महात्मा महापुरुषां दा इतिहास बड़े ऋषिवरां दा इतिहास और भगतां दा इतिहास सतगुरु दा इतिहास और जेड़े इस जहाज ते चढ़ के नाम देते भगवान दे घर परलोक विच जा पहुंचे मालक रूप होके सर्व व्यापक हो गए। हुण गल्लां तां उन्हां दियां करदे ते जहाज है गल्लां नाल मिलना नहीं उहदा कोई निजम है जपण दा निजम है उहनूं पूरा करके। और प्यारिओ किताबां तां हुण सारियां मिल जांदियां है ना मार्केट दे विचों ते कोई PhD कर लेगा सारियां किताबां लैके ਸਕੂਲ ਕਾਲਜ यूनिवर्सिटी जाण दा कोई निज़म है उहदी क्लास दा कोई टाइम टेबल है
ਤੇ ਉਹਦੀ ਛੁੱਟੀ ਦਾ ਕੋਈ ਟਾਈਮ ਟੇਬਲ ਹੈ। ਤੇ ਜੇ ਇਹ ਸਾਰੇ ਟਾਈਮ ਟੇਬਲ ਹੈ ਤੇ ਫਿਰ ਰੱਬ ਦੇ ਨਾਮ ਜਪਣ ਦਾ ਵੀ ਟਾਈਮ ਟੇਬਲ ਹੈ। ਉਹ ਮਹਾਰਾਜ ਨੇ ਕਿਹਾ ਸੀ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਪ੍ਰਭਾਤੇ ਉਠ ਨਾਮ ਜਪ ਨਿਸ ਬਾਸਰ ਆਰਾਧ, ਕਰ ਤੁਝੇ ਨਾ ਵਿਆਪੀ ਨਾਨਕ ਮਿਟੈ ਉਪਾਦ। ਉਪਾਧੀਆਂ ਮਿਲ ਮਿਟ ਜਾਣਗੀਆਂ, ਆਦੀਆਂ ਵਿਆਦੀਆਂ ਉਪਾਧੀਆਂ ਜੇ ਜਪੇਂਗਾ, ਪਰਮਾਤਮਾ ਨੂੰ ਆਰਾਧੇਂਗਾ। ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤਰਨ ਰੂਪ ਤਾਰਨ ਪਾਰ ਉਤਾਰਨ ਵਾਸਤੇ ਜਹਾਜ਼ ਏ, ਤੇ ਉਹਨੂੰ ਜਪਣ ਰੂਪ ਨਾਮ ਜਹਾਜ਼ ਵਿੱਚ ਬੈਠਣਾ ਹੈ। ਔਰ ਆਕਾਗਰ ਚਿੱਤ ਹੋ ਕੇ, ਔਰ ਜਿਸ ਤਰ੍ਹਾਂ ਪੂਰੇ ਉਹਦੇ ਨਿਯਮ ਪੂਰੇ ਕਰਨੇ ਪੈਂਦੇ ਨੇ, ਇਹ ਵੀ ਕੋਈ ਹੋਰ ਖਿਆਲ ਨਾ ਉਪਜਣ ਦੇਣਾ। ਔਰ ਇਹ ਨਾ ਹੋਣਾ ਕਿ ਜਿੰਨਾ ਚਿਰ ਨਾਮ ਜਪਣਾ ਉਹਨਾਂ ਚਿਰ ਖਿਆਲ ਨਹੀਂ ਉਪਜਿਆ ਹੋਰ ਮੁੜ ਕੇ ਸਾਨੂੰ ਖੋਲੇ, ਨਹੀਂ, ਸਾਰੀ ਦਿਹਾੜੀ ਔਰ ਉਹਦੇ ਵਿੱਚ ਬੈਠਣਾ ਤੇ ਉਹ ਨਿਯਮ ਦੀ ਪਾਲਣਾ ਕਰਨੀ, ਮਨ ਖਿਆਲ ਨਾ ਉਪਜੇ। ਜਿਵੇਂ ਬੁਲੰਦੀ ਨੂੰ ਪਾਣੀ ਲਿਜਾਣਾ ਹੋਵੇ ਨਾ ਉੱਚੇ ਕਿੱਲੇ ਨੂੰ, ਤੇ ਜੇ ਉਹ ਪਿਛਲੇ ਪਾਸੇ ਟੁੱਟ ਜਾਵੇ ਥੋੜਾ ਜਿਹਾ ਤੇ ਅਗਲਾ ਵੀ ਮੋੜ ਆਉਂਦਾ ਹੈ। ਇਸ ਕਰਕੇ ਜਿਹੜਾ ਰੱਬ ਵੱਲ ਨੂੰ ਤੁਰਨਾ ਨਾ, ਮਨ ਤੇ ਕੰਟਰੋਲ ਰੱਖਣਾ। ਸਾਰੀ ਦਿਹਾੜੀ ਜੀਵਨ ਵਿੱਚ ਜਦੋਂ ਵੀ ਵਿਚਰਦੇ ਆ, ਮਾੜਾ ਫੁਰਨਾ, ਮਾੜਾ ਸੋਚਣਾ, ਮਾੜਾ ਤੱਕਣਾ, ਮਾੜਾ ਸੁਣਨਾ, ਮਾੜਾ ਬੋਲਣਾ ਨਾ ਹੋਣ ਦੇਣਾ। ਫੇਰ ਮਹਾਤਮਾ ਮਹਾਂਪੁਰਸ਼ ਗੁਰ ਸਿੱਖ ਪਿਆਰੇ ਨਾਮ ਦੇ ਰਸੀਏ ਕਹਿੰਦੇ ਨੇ, ਫਿਰ ਇਹਦੇ ਵਿੱਚ ਤੁਰੇਗਾ, ਫਿਰ ਐਸਤਾ ਐਸਤਾ ਉਡਾਰੀ ਭਰੇਗਾ। ਮਹਾਰਾਜ ਕਹਿੰਦੇ ਖਿਨ ਮਾਤਰ ਇੱਕ ਅੱਖ ਦੇ ਫੁਰਕੇ ਵਿੱਚ, ਛਿਣ ਦੇ ਵਿੱਚ, ਮਹਾਰਾਜ ਸਾਹਿਬ ਕਹਿੰਦੇ ਜਾ ਕੋ ਦ੍ਰਿਸ਼ਟ ਧਾਰੈ, ਜਿਹਦੇ ਉੱਪਰ ਤੂੰ ਮਿਹਰ ਭਰੀ ਨਦਰ ਕਰ ਦੇਵੇਂ। ਗੁਰੂ ਰਾਮਦਾਸ ਸਾਹਿਬ, ਜਿਹਦੇ ਤੇ ਤੂੰ ਰਹਿਮਤ ਭਰੀ ਨਦਰ ਕਰ ਦੇਵੇਂ ਨਾ ਮੇਰੇ ਵਾਹਿਗੁਰੂ ਜੀ, ਔਰ ਫਿਰ ਸ਼ਬਦ ਰਿੱਧ ਵਿਚਾਰੈ, ਉਹਦੇ ਸ਼ਬਦ ਤੇਰਾ ਗਿਆਨ ਹਿਰਦੇ 'ਚ ਪ੍ਰਗਟ ਹੁੰਦਾ ਹੈ ਬ੍ਰਹਮ ਜੀ, ਤੇ ਉਹ ਇਹਦੀ ਵਿਚਾਰ ਕਰਦਾ ਹੈ। ਗੁਰੂ ਆਹ ਕਹਿੰਦੇ ਆ ਮੈਂ ਤਾਂ ਆਹ ਕਰਦਾ ਪਿਆ ਸੀ, ਸਤਿਗੁਰੂ ਇੱਧਰ ਨੂੰ ਕਹਿੰਦੇ ਮੈਂ ਇੱਧਰ ਨੂੰ ਜਾਂਦਾ ਸੀ, ਉੱਧਰੋਂ ਫਿਰ ਆਪਣੇ ਆਪ ਨੂੰ ਕੰਟਰੋਲ ਕਰਦਾ ਹੈ। ਔਰ ਸ਼ਬਦ ਰਿੱਧ ਵਿਚਾਰੈ, ਤੇ ਸ਼ਬਦ ਦੀ ਬਾਣੀ ਦੀ ਹੁਕਮ ਦੀ ਬ੍ਰਹਮ ਦੀ ਵਿਚਾਰ ਕਰਦਿਆਂ ਕੀ ਕਰਦਾ ਹੈ, ਕਾਮ ਕ੍ਰੋਧ ਖੋਵੈ ਜੀਓ, ਆਪਣੇ ਅੰਦਰੋਂ ਵਾਸ਼ਨਾਵਾਂ ਕਾਮਨਾਵਾਂ ਉਹਨਾਂ ਨੂੰ ਖੋਵੈ ਖੈ ਕਰਦਾ ਹੈ, ਨਾਸ਼ ਕਰਦਾ ਹੈ। ਹਿਰਦੇ ਦੇ ਵਿੱਚੋਂ ਆਪਣਿਓ ਉਹਨਾਂ ਦਾ ਖਾਤਮਾ ਕਰਦਾ ਹੈ। ਬ੍ਰਹਮ ਵਾਲੇ ਗੁਣਾਂ ਨੂੰ ਵਧਾਉਂਦਾ, ਅਵਗੁਣਾਂ ਨੂੰ ਘਟਾਉਂਦਾ ਜਾਂਦਾ ਹੈ। ਜੀਵਨ ਸਰਬ ਦਾਤਾ ਅਗਮ ਗਿਆਨ ਬਖਿਆਤਾ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੇ ਜੀਆਂ ਦਾ ਦਾਤਾ ਹੈ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸਭਨ ਦਾਤਾ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਮਾਲਕ ਹੈ। ਅਗਮ ਮਨ ਦੀ ਗਮਤਾ ਪਹੁੰਚ ਤੋਂ ਪਰੇ, ਅਗਮ ਤੇ ਗਿਆਨ ਬਖਿਆਤਾ, ਉਹ ਜਦੋਂ ਕਿਰਪਾ ਕਰਦਾ ਹਿਰਦੇ ਵਿੱਚ ਗਿਆਨ ਪ੍ਰਗਟ ਕਰ ਦਿੰਦਾ, ਆਪਣੀ ਸੂਝ ਬੂਝ ਬਖਸ਼ ਦਿੰਦਾ, ਆਪਣਾ ਚਾਨਣਾ ਬਖਸ਼ ਦਿੰਦਾ, ਕਿਰਪਾ ਕਰ ਦਿੰਦਾ, ਪ੍ਰਗਟ ਕਰ ਦਿੰਦਾ। ਐਨਿਸ ਧਿਆਨ ਧਾਵੈ, ਫਿਰ ਜਿਹੜੇ ਹਿਰਦੇ 'ਚ ਗਿਆਨ ਪ੍ਰਗਟ ਹੁੰਦਾ ਹੈ ਨਾ, ਉਹ ਰਾਤ ਬਾ ਦਿਨੇ ਧਿਆਨ ਔਰ ਹਿਰਦੇ ਦੇ ਅੰਦਰ ਜਿਹੜਾ ਹੈ ਧਾਵੇ ਮੈਨਾ ਹੈ, ਔਰ ਧਿਆਉਂਦਾ, ਧਾਵੇ ਮੈਨਾ ਹੈ, ਧਿਆਨ ਲਾਉਂਦਾ, ਔਰ ਇੱਧਰ ਉੱਧਰ ਉਹਦਾ ਮਨ ਜਿਹੜਾ ਹੈ ਧਾਵੇ ਔਰ ਦੌੜਦਾ ਨਹੀਂ, ਔਰ ਟਿਕ ਜਾਂਦਾ ਹੈ, ਧਾਰਨ ਕਰ ਲੈਂਦਾ ਹੈ। ਪਲਕ ਨਾ ਸੋਵੈ ਜੀਓ, ਉਹ ਸਾਵਧਾਨੀ ਵਿੱਚ ਰਹਿੰਦਾ ਹੈ। ਤੇ ਪਲਕ ਨਾ ਸੋਵੇ, ਕੀ ਉਹ ਸੌਂਦਾ ਨਹੀਂ, ਉਹ ਸੌਂਦਾ ਹੈ ਗੁਰਮੁਖ ਵੀ, ਪਰ ਅਗਿਆਨ ਅਵਿਦਿਆ ਦੀ ਨਿੰਦੇ ਨਹੀਂ ਸੌਂਦਾ। ਉਹ ਇਹ ਗੱਲ ਤੋਂ ਜਾਗਦੇ ਵੀ ਸੰਕੋਚਦਾ, ਮਾੜੀ ਜਗ੍ਹਾ ਤੇ ਖੜਨਾ, ਮਾੜੇ ਨਾਲ ਤੁਰਨਾ, ਮਾੜੇ ਦਾ ਸੰਗ ਕਰਨਾ, ਮਾੜਾ ਬੋਲਣਾ, ਤੇ ਉਹ ਜਦੋਂ ਇਹਨਾਂ ਤੇ ਕੰਟਰੋਲ ਕਰਦਾ ਹੈ, ਸੁਪਨੇ ਵਿੱਚ ਵੀ ਉਹਦੇ ਮਾੜਾ ਖਿਆਲ ਨਹੀਂ ਉਪਜਦਾ। ਮਹਾਰਾਜ ਮਿਹਰ ਕਰਦੇ ਨੇ, ਔਰ ਉਹ ਜਿਹੜਾ ਪਲਕ ਨਹੀਂ ਸੌਂਦਾ, ਸਾਵਧਾਨ ਰਹਿੰਦਾ ਹੈ ਹਿਰਦੇ ਦੇ ਅੰਦਰੋਂ। ਦੇਖੋ ਸਰੀਰਕ ਨੀਂਦ ਦੇ ਉਹ ਸਾਰੇ ਹੀ ਜਿਹੜੇ ਨੇ ਮੰਨਦੇ ਨੇ, ਪਰ ਉਹਨਾਂ ਦਾ ਸੌਣਾ ਵੀ ਜਾਗਣਾ ਹੈ।
क्यों सौंदे वाहू वाहू उचरै उठदे भी वाहू करेन। वो सौन लगे भी वाहगुरू वाहगुरू जपदे नींद आ गई जपदियां होया ते हिरदे दे अंदर वाहगुरू दी वो धुन जिहड़ी आवाज़ सुनाई देंदी सी वो अंदरे ही चलदी रही। ते जदों अमृत वेले उठिया मुख चों निकलिया सतनाम वाहगुरू और वो वाहगुरू दी धुन चली। महाराज कहंदे वो पलक मातर भी जेड़ा इधर उधर ना होया। जाको देखता दर इधर जावे नाम सो निधान पावे। जिन्हों देखत दीजे दर्शन करदियां दलिद्र मैनाए जन्मां जन्मांतरां दी कंगाल ताई और भुख मरी कहंदे वो मालिक दा दर्शन करके जेड़ा आ दलिद्र ताई चली जाती अंदर बाहर दी कंगाल ताई चली जाती है। नाम सो निधान पावे। जेड़ा नाम आ ना ये निधान खजाना आ निधियां दा दातां दा अंदर बाहर दियां दा। वो नाम खजाने नूं पावे प्राप्त कर लैंदा है। उस खजाने जो वो आ जाता है फिर माला माल हो जाता है। बाहरों भी तो अंदरों भी दातां वंडन वाला हुंदा है। बाहर दियां दातां भी वंडी जाता अंदर दियां भी। गुरमुख ज्ञान दुरमत मैल धोवै जियो। गुरु तो ज्ञान प्राप्त करके गुरु मुखों ज्ञान प्राप्त करके गुरु रामदास तो दे बख्शिया ज्ञान चानना गुरमत दा हिरदे दे विच प्रगट हो गया। उन्होंने प्राप्त करके ते गुरु दे चानने गुरु दे नाम नाल जिहड़ी दुरमत भैड़ी मैल सी ना मत हिरदे दी ओदी मैल धोवै जियो। वो मैल नूं धो देंदा। अंदर दे बुरे ख्यालात विचार उन्होंने अंदरों मार मार बाहर कढ़ देंदा है। सतगुर नाम एक लिव मन जपै दृढ़। सतगुरु रामदास महाराज जो उस अकाल पुरख वाहगुरू दे नाम की बख्शिश आपने प्राप्त की आ कि तुहाडा नाम जिहड़ा है फिर वो रब दा प्यारा जपै जपदा है। एक लिव मन जपै एक लिव और एक का एक परमात्मा नाल लिव जुड़नी सुरत जुड़नी जिहड़ी टुटी आ। गुरु अमरदास साहब के बचन ने ना लिव छुड़की लगी तृष्णा माया अमर वरताया। वो छुड़की टुटी लिव जोड़ के मन जपै भरोसा करके दृढ़ भरोसा करके परपक्ता करके हिरदे दे अंदर मन जपे। कई बार तन जपदा हुंदा है तन संगत विच बैठा हुंदा है तन गुटका साहब लैके नितनेम कर रहा हुंदा है तन और गुरु साहब की बाणी पढ़ रहा हुंदा है ते मन पता नहीं की फुरने कर रहा हुंदा है। मन पता नहीं किधर नूं छलांगा मारदा है। इस करके भट्ट साहबान कहंदे ने मन जिहड़ा है लिव जोड़ के जपे मालक दे नाम नूं मन जपे ते जदों जपेगा और सतगुरु दे नाम नूं एक परमात्मा दे एक नाम नूं जपै दृढ़ अंदर भरोसे नाल ते जिहड़ा जपेगा तिन जन उस जीव नूं दुख पाप कहो कत होवै जियो। फिर उस जीव नूं जिहड़ा इस तरह जपेगा ढंग नाल ना भट्ट साहब कहंदे उहनूं ना दुख ना भुख ना पाप कहो कत होवै जियो। दसो फिर किवें हो सकदा उहनूं उहदे कोल नहीं पहुँच सकदा पाप दुख क्यों कि उहदे अंदर नाम दा निवास है अंदर जाप है पापां दा विनाश है और उहदे कोल नहीं ये पहुँचदे। धर्म कर्म पूरे सतगुर पाई है। पूरे सतगुरु तो श्रेष्ठ धर्म कर्म श्रेष्ठ और परमात्मा तो प्राप्ति हुंदी उहदियां बख्शिशां दी प्राप्ति करदा है। जा की सेवा सिद्ध साध मोन जन सोर नर जाचै। और जिहदी सेवा दे नाल सेवा करके मालिक दी और सिद्ध साध सिद्धियां संपन्न सिद्ध ते साध साधक लोग जेड़े साधना करते जपन वाले उहदे मार्ग ते टुरे मुन जिन्होंने आपां कहने ऋषि मुनि और वो मनीश्वर ते जन मनुख और सुर देवते और जेड़े ने और नर जाचे सारे दे सारे की मनुख
मर्द की स्त्रियां ने, महाराज की देवतिया की दैंत ने, की ऋषि मुनि ने तेरी सेवा करके महाराज सारे दे सारे तेरे तो जच है मंगते पे दाता, तेरे तो दाता मंगते ने, तेरे तो प्राप्ति करना चाहते। शब्द सार एक लेवलाई है, कहते शब्द सार जेड़ा सार सरेट शब्द है ब्रह्म दा, ਉਹਦਾ नाम है भगवान दा, कहते उस भगवान नाल ब्रह्म नाल एक लिव लाइए, एक अपनी लिव जोड़, उस एक दे नाल सुरत नूं जोड़ना कर। हुण जाने को तेरा आपार निरभौ निरंकार, हे मेरे वैगुरु पुनः जाने को तेरा पार, कौन तेरा पारावार जान सकता, इधरले किनारे तो उधरला तेनू माप तोल कौन सकता है, तेरा आद अंत मेरे वैगुरु कौन लभ सकता है, कोई नहीं तेरा आद अंत लभ सकता। निरभौ निरंकार, महाराज तेनू भै किसी दा नहीं, तू आकार तू रह ते निराकार है, आकथ कथन हार तुझे बुझाई है। महाराज तू आकथ है ते जिहदे ते तू त्रुठ दे जाना है, महाराज उन्हों कथनहार, उन्होंने ये विचार बख्श देना है, उहदे तो विचार करवा लेना है। महाराज तुझे बुझाई है, उन्हों तू सारी सूझबूझ समझ सोझी बख्श देना है कि और केड़े मार्ग ते तुरना है, की कुछ करना ते की नहीं करना। और जदों तेरे मार्ग ते चलदा जपदा साडी मन दी ये भावना हुंदी बई समझ सानू पहला आ जावे ते फिर असीं जेड़ा जपांगे। ते कईयां दा सवाल हुंदा है बहुतात अंदर, की करिए बाणी की पढ़िए, सेवा की करिए, सिमरन की करिए, कथा कीर्तन की सुनिए, की ये कथा कीर्तन करिए मन तां लगदा नहीं, मन तां टिकदा नहीं। गुरमुखो जिदन मन टिक गया उदन तां मालक हो गया। कथा करनी, कथा सुननी, कीर्तन करना, कीर्तन सुनना, सेवा करनी और सिमरन करना, सतसंगत करनी, ये सारे दा सारा जेड़ा उपराला है ना, ये मन नूं टकाउण वास्ते आ। मन नूं टका के सुरत मिल गई ते फिर एक मिकता हो गई। जदों मिल गया उदों जपन दी तां लोड़ ही नहीं, उदों तां रब हो गया, उदों तां मालक विच मिल गया, उहदा रूप हो गया, निर्गुण हो गया। ये मन नूं टकाउण वास्ते ही सारा उपराला जतन है। मन गावे, मन सुने, मन मालक नूं मिल जाए और उहदे वास्ते आ। महाराज सच्चे पातशाह कहंदे ने ये कर्म धर्म उहदे तो प्राप्त हुंदे ने और एक नाल सुरत जोड़ लै। महाराज तू निराकार है, उहनूं ये सूझ बख्श देना आ। परम भुले संसार छुटा जुनी संघार, हे मेरे वैगुरु भरम दे विच सारा संसार भुलिया होया है ते जूनियां दे विच पिया होया संघार खत्म हुंदा जा रहा है। जम को ना डंड काल गुरमत ध्याई है, ये मेरे वैगुरु फिर जमा दा डंडा नहीं इहदे सिर उपर वजेगा जीव दे। जदों जीव जपेगा ना जमा दा डंडा नहीं खड़केगा, सजा नहीं मिलेगी ते काल जेड़ा मौत है उहदा भै खत्म हो जाएगा और काल समा तेरे ते अपना प्रभाव नहीं पा सकेगा। शर्त यह है कि गुरमत ध्याई है, गुरु की मत लैके ध्या जप मालक नूं। मन प्राणी मुग्ध बेचार एनेस जप धर्म कर्म पूरे सतगुर पाइए। हे मन करके प्राणाधारी जीव मुग्ध मूर्ख विचार विचार कर कि तू किड्डा कुछ सियाना है, मालिक दा मार्ग पैंडा किन्ना कु तय कर लिया है, तू किड्डा कु सियाना है, अपने लिए की कुछ इकट्ठा कर लिया है। जिहड़ा तेरे नाल जाना जिहड़ा आपां बाहरी कीता होया है ना, इहदा मतलब ये भी नहीं कि बाहरी सब कुछ छड्ड देना, ये करना है ते नाल नाल वो कुछ भी करना है जिहड़ी चीज़ साडे नाल जानी है। और जिथे ये परोपकार करना है ना संसार विच, उथे अपने लिए भी कुछ करना है। और जपजी पढ़ो, साडी भावना ये हुंदी है जपजी दा पाठ कीता, सुखमनी दा पाठ कीता,
ਤੇ ਉਹਦੇ ਪਿੱਛੇ ਹੁੰਦਾ ਮੈਨੂੰ ਆ ਮਿਲ ਜੇ, ਆ ਮਿਲ ਜੇ, ਮੁੰਡੇ ਦਾ ਵੀਜ਼ਾ ਲੱਗ ਜੇ, ਕੁੜੀ ਬਾਹਰ ਪੀਆਰ ਹੋ ਜਾਵੇ, ਦਾਮਾਦ ਜਿਹੜਾ ਆ ਉਧਰ ਉਹਦਾ ਚੰਗਾ ਕਾਰੋਬਾਰ ਚੱਲ ਪਵੇ ਔਰ ਇੱਧਰਲਾ ਕਾਰੋਬਾਰ ਚੰਗਾ ਚੱਲ ਪਏ। ਇੱਕ ਪਾਠ ਦੇ ਪਿੱਛੇ ਹਜ਼ਾਰਾਂ ਕਾਮਨਾਵਾਂ ਹੁੰਦੀਆਂ ਨੇ ਤੇ ਫਿਰ ਚਾਹੁੰਦੇ ਆ ਮੁਕਤ ਹੋ ਜਾਈਏ। ਔਰ ਉਹ ਤਾਂ ਇਹ ਕੀਤਾ ਵੀ ਇੱਧਰੋਂ ਪਾਠ ਕਰਤਾ ਤੇ ਆਹ ਮੰਗ ਲਿਆ। ਕਦੇ ਇਹ ਵੀ ਭਾਵਨਾ ਬਣਾਇਆ ਕਰੋ ਅੱਜ ਬਾਣੀ ਪੜ੍ਹੀ ਮੈਂ ਕੁਝ ਨਹੀਂ ਮੰਗਣਾ। ਜਿੱਦਣ ਮਨ ਅੰਦਰ ਮਾਲਕ ਦੀ ਬਾਣੀ ਪੜ੍ਹ ਕੇ ਸਿਮਰਨ ਕਰਕੇ ਕੁਝ ਨਾ ਮੰਗਿਆ ਉਦੋਂ ਨੂੰ ਸਭ ਕੁਝ ਦਿੰਦਾ ਹੈ। ਜਦੋਂ ਕੁਝ ਨਾ ਮੰਗਿਆ ਉਦੋਂ ਸਭ ਕੁਝ ਮਿਲ ਜਾਵੇਗਾ। ਜਦੋਂ ਮਾਲਕ ਲਈ ਹੋਵੇਗਾ, ਮਾਲਕ ਜਿੱਦਣ ਆ ਗਿਆ ਉਦੋਂ ਸਭ ਵਸਤੂ ਆ ਜਾਣਗੀਆਂ, ਦਾਤਾਂ ਆ ਜਾਣਗੀਆਂ। ਕਦੇ ਉਹ ਵੀ ਬਾਣੀ ਪੜ੍ਹੀਏ, ਉਹ ਵੀ ਸਮਾਂ ਸਿਮਰਨ ਕਰੀਏ ਜਿਹੜਾ ਆਪਣੇ ਲਈ ਹੋਵੇ, ਉਹਦੀ ਕੋਈ ਮੰਗ ਨਾ ਰੱਖੀਏ। ਉਹਨੂੰ ਤੁਸੀਂ ਨਿਤਨੇਮ ਕਰੋ, ਵਾਹਿਗੁਰੂ ਦਾ ਸ਼ੁਕਰ ਕਰਦੇ ਹੋ ਤੇ ਜਦੋਂ ਕਰੋਗੇ ਉਹ ਤੁਹਾਡੇ ਆਪਣੇ ਲਈ ਧਨ ਹੋਵੇਗਾ। ਤੁਹਾਡਾ ਅੰਦਰ ਬਾਹੂਬਲ ਜਿਹੜਾ ਅੰਦਰੋਂ ਆਤਮਾ ਬਲਵਾਨ ਹੋਵੇਗਾ ਉਹ ਪਰਮਾਤਮਾ ਨਾਲ ਮਿਲ ਸਕੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਚਾਰ ਅਹਨਿਸ ਜਪ, ਰਾਤ ਬਾ ਦਿਨੇ ਜਪ। ਜਦੋਂ ਚੇਤਾ ਆ ਜਾਂਦਾ ਹੈ ਉਦੋਂ ਜਪਿਆ ਕਰ ਸਤਨਾਮ ਵਾਹਿਗੁਰੂ। ਧਰਮ ਕਰਮ ਪੂਰੇ ਸਤਿਗੁਰ ਪਾਈਐ। ਪੂਰੇ ਸਤਿਗੁਰੂ ਤੋਂ ਆ ਕਰਕੇ ਔਰ ਧਰਮ ਧਾਰਨ ਕਰਨਾ ਸ਼ੁਭ ਗੁਣਾਂ ਨੂੰ, ਕਰਮ ਚੰਗੇ ਕਰਨੇ ਸ੍ਰੇਸ਼ਟ ਔਰ ਉਹ ਪ੍ਰਾਪਤੀ ਕਰ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਔਰ ਭੱਟ ਜੀ ਕਹਿੰਦੇ ਨੇ ਮੈਂ ਸੱਚੇ ਗੁਰੂ ਦੇ ਨਾਮ ਤੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਵਿਸ਼ੇਸ਼ ਕਰਕੇ ਕਵਣ ਉਪਮਾ ਦਿਓ, ਕਵਣ ਸੇਵਾ ਸਾਰਿਓ। ਮਹਾਰਾਜ ਮੈਂ ਕਿਹੜੀ ਉਪਮਾ ਤੇਰੀ ਕਰਾਂ, ਕਿਹੜੀ ਵਡਿਆਈ ਕਰਾਂ? ਜ਼ਬਾਨ ਇੱਕ ਹੈ ਮਹਾਰਾਜ, ਕਿਹੜੇ ਕਵਣ ਸੇਵਾ ਸਰਿਓ। ਔਰ ਸਰਿਓ ਦਾ ਅਰਥ ਕਰਾਂ, ਕਿਹੜੀ ਤੇਰੀ ਸੇਵਾ ਕਰਾਂ? ਸਾਰੀ ਸੇਵਾ ਤੇਰੀ ਆ। ਔਰ ਏਕ ਮੁਖ ਰਸਨਾ ਰਸ ਜੋਗ ਜੋਰ ਕਰ। ਮਹਾਰਾਜ ਮੈਂ ਤਾਂ ਆਪਣੇ ਇੱਕ ਮੁਖ ਤੋਂ ਰਸਨਾ ਦੇ ਨਾਲ ਰਸੋਂ ਔਰ ਤੇਰੇ ਨਾਮ ਨੂੰ ਜਪਾਂ ਆਰਾਧਾਂ ਤੇ ਜੁਗ ਜੋਰ ਕਰ। ਜੁਗ ਮੈਨਾ ਦੋ ਹੁੰਦਾ ਹੈ, ਜੋਰ ਮੈਨਾ ਜੋੜਨਾ ਹੁੰਦਾ ਹੈ, ਕਰ ਮੈਨਾ ਹੱਥ ਹੁੰਦੇ। ਭੱਟ ਜੀ ਕਹਿੰਦੇ ਮੇਰੇ ਦਾਤਿਆ ਮੇਰੇ ਤੋਂ ਤੇਰੀ ਉਸਤਤ ਬਿਆਨ ਨਹੀਂ ਕੀਤੀ ਜਾ ਸਕਦੀ, ਜ਼ਬਾਨ ਤੋਂ ਤੇਰੀ ਵਡਿਆਈ ਮੁਕੰਮਲ ਨਹੀਂ ਬਿਆਨ ਕੀਤੀ ਜਾ ਸਕਦੀ। ਮੈਂ ਤੇਰੇ ਗੁਣ ਗਾਉਣਾ ਹੈ ਮਨ ਬਾਣੀ ਸਰੀਰ ਕਰਕੇ ਤੇ ਹੱਥ ਜੋੜ ਕੇ ਤੈਨੂੰ ਨਮਸਕਾਰ ਕਰਦਾ ਹੈ, ਕੁਰਬਾਨ ਜਾਨਾ ਹੈ। ਮੇਰੇ ਤੇ ਕਿਰਪਾ ਕਰ ਮਹਾਰਾਜ। ਜਿਹੜਾ ਜੀਵ ਈਸ਼ ਦਾ ਭੇਦ ਪਿਆ ਹੈ ਨਾ, ਜੁਗ ਦੋਨਾਂ ਦਾ ਦੂਰੀ ਬਣੀ ਆ ਮਹਾਰਾਜ, ਉਹ ਕਿਰਪਾ ਕਰਕੇ ਏਕਤਾ ਵਿੱਚ ਬਖਸ਼, ਇੱਕ ਹੋ ਜਾਣਾ ਕਰਨ। ਔਰ ਫੁਨ ਮਨ ਬਚ ਕਰਮ ਜਾਣ, ਅਨਤ ਦੂਜਾ ਨਾ ਮਾਣ। ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਰ। ਔਰ ਫੁਨ ਮਨ ਬਚ ਕਰਮ ਜਾਣ ਕਹਿਣ ਲੱਗੇ ਪੁਨਾ ਫੇਰ ਮਨ ਤੇ ਬਚ ਬਚਨ ਤੇ ਕਰਮ ਸਰੀਰ ਕਰਕੇ ਜਾਣ ਔਰ ਰੱਬ ਨੂੰ ਜਾਣ। ਇਹਨਾਂ ਤਿੰਨਾਂ ਕਰਕੇ, ਸਰੀਰ ਕਰਕੇ ਮਾੜਾ ਵੀ ਨਾ ਹੋਵੇ, ਤੇਰੇ ਬੋਲਾਂ ਦੇ ਬੋਲ ਵੀ ਰੱਬ ਤੋਂ ਕਿਤੇ ਉਲਟੇ ਨਾ ਹੋਣ, ਤੇ ਜਿਹੜਾ ਮਨ ਹੈ ਉਹ ਫੁਰਨੇ ਉਲਟੇ ਨਾ ਉਤਪੰਨ ਕਰੇ। ਇਹ ਤਿੰਨਾਂ ਕਰਕੇ ਜਿਹਨੂੰ ਕਹਿੰਦੇ ਮਨ ਬਾਣੀ ਸਰੀਰ ਕਰਕੇ ਔਰ ਪਰਮਾਤਮਾ ਦੇ ਗੁਣ ਗਾ। ਔਰ ਅਨੰਤ ਮੈਂ ਨਾ ਹੋਰ, ਦੂਜਾ ਨਾ ਮਾਨ, ਕੋਈ ਦੂਜੇ ਦੀ ਟੇਕ ਨਾ ਰੱਖ, ਕਿਸੇ ਦੂਜੇ ਨੂੰ ਨਾ ਮੰਨਣਾ ਕਰ, ਹੰਕਾਰ ਨਾ ਕਰ। ਨਾਮ ਸੋ ਅਪਾਰ, ਉਸ ਪਰਮਾਤਮਾ ਦਾ ਨਾਮ ਜਿਹੜਾ ਪਾਰਾਵਾਰ ਤੋਂ ਪਰਿਆ। ਔਰ ਉਹ ਸਾਰ ਦੀਨੋ ਗੁਰ ਰਿਦ ਧਰ, ਉਹ ਸਾਰ ਸ੍ਰੇਸ਼ਟ ਨਾਮ ਗੁਰੂ ਨੇ ਦੀਨੋਂ ਦਿੱਤਾ ਹੈ, ਬਖਸ਼ਿਸ਼ ਕੀਤਾ ਹੈ। ਤੇ ਸਜਣਾ ਉਹਨੂੰ ਗੁਰੂ ਦੀ ਬਖਸ਼ਿਸ਼ ਨਾਮ ਨੂੰ ਰਿਦ ਧਰ ਆਪਣੇ ਹਿਰਦੇ ਅੰਦਰ ਟਿਕਾ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਜਦੋਂ ਆਪਣੇ ਅੰਦਰ ਟਿਕਾਏਗਾ, ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ, ਚੰਦਨਾ ਸੁਬਾਸ ਜਾਸ ਸਿਮਰਤ ਅਨਤਰ। ਔਰ ਨਲ ਨਾਮਾ ਭੱਟ ਜਿਹੜਾ ਹੈ ਉਹ ਬਿਆਨ ਕਰਦਾ ਹੈ ਮਹਾਰਾਜ ਪਾਰਸ ਪਰਸ ਕੱਚ ਕੰਚਨਾ ਹੋਏ। ਔਰ ਨਲ ਭੱਟ ਜੀ ਕਹਿੰਦੇ ਮੇਰੇ ਮਾਲਕ ਜਿਹੜਾ ਹੈ ਨਾ ਪਰਸ, ਉਹਦੇ ਨਾਲ ਕੱਚਾ ਲੋਹਾ ਛੋ ਜਾਵੇ ਤੇ ਕੰਚਨਾ ਹੋਏ, ਉਹ ਸੋਨਾ ਬਣ ਜਾਂਦਾ ਹੈ। ਮਹਾਰਾਜ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੀ ਛੋਹ ਪ੍ਰਾਪਤ ਕਰਕੇ
ਪਾਰਸ ਬਣ ਗਏ। ਤੇ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਆ ਨਾ, ਤੁਹਾਨੂੰ ਸਪਰਸ਼ ਕਰ ਲੈਂਦੇ ਆ, ਉਹ ਸੋਨਾ ਬਣ ਜਾਂਦੇ ਨੇ 12 ਵੰਨੀ ਦਾ। ਔਰ ਕਿਉਂ? ਔਰ 5 ਕਰਮ ਇੰਦਰੇ, 5 ਗਿਆਨ, 10 ਮਨ ਤੇ ਬੁੱਧ, ਇਹਨਾਂ ਨੂੰ ਸੋਧ ਕੇ ਸਵਾਰ ਕੇ ਔਰ 12 ਵੰਨੀ ਦਾ ਸੋਨਾ ਬਣਦੇ ਆ। ਸੁਬਾਸ ਜਾਸ ਸਿਮਰਤ ਅੰਤਰ, ਜਿਹੜਾ ਚੰਦਨਾ ਸੁਬਾਸ, ਚੰਦਨ ਦੀ ਜਿਹੜੀ 52 ਚੰਦਨ ਦੀ ਸੁਗੰਧੀ ਆ ਨਾ, ਔਰ ਉਹ ਆਲੇ ਉਦਾਲੇ ਦੇ ਫਲ ਫੁੱਲ ਪੌਦਿਆਂ ਵਿੱਚੋਂ ਆਉਣ ਲੱਗ ਜਾਂਦੀ। ਤੇ ਔਰ ਉਹਦੀ ਜਿਹੜੀ ਸਰੇਸ਼ਟ ਬਾਸ ਸੁਗੰਧੀ ਆ, ਔਰ ਉਹ ਸਾਰੇ ਪੌਦਿਆਂ 'ਚੋਂ ਆਉਂਦੀ ਏ। ਤੇ ਫਿਰ ਕੀ ਹੁੰਦਾ ਹੈ, ਜਿਹੜੇ ਜਾਣ ਵਾਲੇ ਆ ਨਾ ਆਲੇ ਉਦਾਲੇ ਪੌਦਿਆਂ ਨੂੰ ਸੁੰਘ ਕੇ ਜਾਸ ਔਰ ਉਹਦਾ ਜਸ ਬੜਾ ਸਿਮਰਨ ਕਰਦੇ, ਵਾਹ ਬੀਬਾ ਇਹਦੇ ਵਿੱਚੋਂ ਬੜੀ ਸੁਗੰਧੀ ਆਉਂਦੀ, ਇਹਦੇ 'ਚੋਂ ਬੜੀ ਸੁਗੰਧੀ ਆਉਂਦੀ, ਇਹਦੇ 'ਚੋਂ ਬੜੀ ਸੁਗੰਧੀ ਆਉਂਦੀ। ਕਿਉਂ? ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸੁਗੰਧੀ ਦਾ ਮਾਲਕ ਹੋਰ ਏ ਕੋਈ, ਇਹ ਤਾਂ ਸੰਗ ਕਰਨ ਵਾਲੇ ਹੀ ਹੈ। ਆ ਤਾਂ ਸੁਗੰਧੀ ਚੰਦਨ 'ਚੋਂ 52 'ਚੋਂ ਰਹੀ। ਹੇ ਮੇਰੇ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ, ਦੁਨੀਆ ਦੇ ਲੋਕ ਕਹਿੰਦੇ ਮੇਰੇ ਕੋ ਸ਼ਾਂਤੀ, ਮੇਰੇ ਕੋ ਗਿਆਨ, ਮੇਰੇ ਕੋਲ ਆ ਵੋ। ਮਹਾਰਾਜ ਗਿਆਨ ਦਾ ਦਾਤਾ ਤੂੰ ਆ। ਜਿੰਨੇ ਤੇਰੇ ਕੋਲ ਆਉਂਦੇ ਆ ਉਹਨਾਂ ਦੇ ਵਿੱਚੋਂ ਤੇਰੇ ਨਾਮ ਦੀ ਸੁਗੰਧੀ, ਸ਼ੁਭ ਗੁਣਾਂ ਦੀ ਸੁਗੰਧੀ ਜਿਹੜੀ ਏ ਆਉਣ ਲੱਗ ਜਾਂਦੀ ਏ। ਉਹਨਾਂ ਤਰੁ ਦੇ ਵਿੱਚੋਂ, ਤਰ੍ਹਾਂ ਬਿਰਸ਼ਾਂ ਦੇ ਵਿੱਚੋਂ ਜਾ ਕੇ ਦੇਖ ਤੋ ਦੁਆਰੇ ਕਾਮ ਕ੍ਰੋਧ ਹੀ ਨਵਾਰੇ ਜੀ। ਔਰ ਜਿਹਦੇ ਦਰਸ਼ਨ ਕਰਨ ਦੇ ਨਾਲ, ਜਿਹਦੇ ਦਰ ਤੇ ਆ ਕੇ ਦਰਸ਼ਨ ਕੀਤੇ ਆ, ਜਿਹੜੇ ਅੰਦਰ ਦੇ ਵਿਕਾਰ ਏ ਉਹ ਨਿਵਾਰੇ ਔਰ ਦਰਸ਼ਨ ਬਖਸ਼ ਕੇ ਤੁਸਾਂ ਨੇ ਨਿਵਰਤ ਕਰ ਦਿੱਤੇ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਐਸੇ ਸਤਿਗੁਰੂ ਤੋਂ ਮੈਂ ਮਨ ਬਾਣੀ ਸਰੀਰ ਕਰਕੇ ਉਹਦੇ ਸੱਚੇ ਨਾਮ ਤੋਂ ਬਲਿਹਾਰ ਕੁਰਬਾਨ ਜਾਵਾਂ, ਆਪਾ ਵਾਰ ਦੇਵਾਂ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਰਾਜ ਜੋਗ ਤਖਤ ਦਿੱਤਾ। ਗ੍ਰਸਤ ਦੇ ਵਿੱਚ ਰਹਿ ਕੇ ਮਾਲਕ ਨਾਲ ਜੁੜਨ ਦਾ ਢੰਗ ਤਰੀਕਾ, ਰਾਜ ਸੰਸਾਰ ਦਾ ਤਖਤ ਤੇ ਜੋਗ ਉਹ ਜਿਹੜਾ ਜੋਤ ਰੂਪ ਪ੍ਰਕਾਸ਼, ਉਹ ਵੀ ਪ੍ਰਭੂ ਨੇ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਦੀਨ ਦੇ ਦਿੱਤਾ, ਬਖਸ਼ ਦਿੱਤਾ। ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ। ਕਹਿ ਲਗੇ ਪ੍ਰਥਮੇ ਪਹਿਲਾ ਗੁਰੂ ਨਾਨਕ ਦੇਵ ਮਹਾਰਾਜ ਚੰਦਰਮਾ ਸਰੀਖੇ ਔਰ ਚਾਨਣੀ ਬਖੇਰਨ ਵਾਲੇ ਉਹ ਜਗਤ ਦੇ ਵਿੱਚ ਆਏ। ਉਹਨਾਂ ਜਗਤ ਨੂੰ ਆਨੰਦਿਤ ਕੀਤਾ, ਖੁਸ਼ੀਆਂ ਦੀਆਂ ਦਾਤਾਂ ਬਖਸ਼ੀਆਂ, ਦੁੱਖ ਦੂਰ ਕੀਤੇ। ਤਾਰਨ ਮਨੁੱਖ ਜਨ ਕੀਓ ਪ੍ਰਗਾਸ, ਮਨੁੱਖਾਂ ਨੂੰ ਤਾਰਨ ਵਾਸਤੇ ਔਰ ਉਹਨਾਂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਪਾਰ ਉਤਾਰਾ ਕਰਨ ਲਈ। ਗੁਰ ਅੰਗਦ ਦਿਓ ਨਿਧਾਨ, ਆਕਥ ਕਥਾ ਗਿਆਨ। ਇਹ ਮੇਰੇ ਵਾਹਿਗੁਰੂ ਫਿਰ ਉਹ ਨਿਧਾਨ ਖਜ਼ਾਨਾ ਜਿਹੜਾ ਸੀ ਔਰ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦਿੱਤਾ। ਜਿਹੜੀ ਆਕਥ ਦੀ ਕਥਾ ਸੀ ਨਾ ਦਾਤ, ਉਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਗਿਆਨ ਬਖਸ਼ ਦਿੱਤਾ। ਪੰਜ ਭੂਤ ਬਸ ਕੀਨੇ ਜਮਤ ਨਾ ਤਰਾਸ, ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਬਖਸ਼ਿਸ਼ ਪਾ ਕੇ ਪੰਜੇ ਭੂਤ ਵਿਕਾਰ ਜਿਹੜੇ ਵਸ ਵਿੱਚ ਕਰ ਲਏ। ਹੁਣ ਜਮਤ ਨਾ ਤਰਾਸ, ਤਰਾਸ ਡਰ ਅੰਦਰੋਂ ਉਤਪੰਨੀ ਨਹੀਂ ਹੁੰਦਾ। ਜਮਤ ਨਾ ਤਰਾਸ ਮਹਾਰਾਜ ਹੁਣ ਜਿਹੜਾ ਜਮਤ ਕਹੀਏ ਜੰਮਣ ਮਰਨ ਦਾ ਤਰਾਸ ਡਰ ਨਹੀਂ, ਜਮਤ ਨਾ ਤਰਾਸ। ਮਹਾਰਾਜ ਤੇਰਾ ਨਾਮ ਜਪ ਕੇ ਹੁਣ ਜਮਾਂ ਦੀ ਤਰਾਸ ਡਰ ਨਹੀਂ ਰਹਿ ਗਿਆ। ਗੁਰ ਅਮਰ ਗੁਰੂ ਸ੍ਰੀ ਸਤ ਕਲ ਜੁਗ ਰਾਖੀ ਪਤ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੋ ਗੁਰੂ ਪੂਜਨੀਕ ਸਭ ਦੇ ਸ਼ਰੋਮਣੀ ਸਤ ਸਰੂਪ ਨੇ, ਜਿਨ੍ਹਾਂ ਨੇ ਕਲ ਯੁਗ ਦੇ ਵਿੱਚ ਆ ਕੇ ਨਾਮ ਜਪਣ ਵਾਲਿਆਂ ਦੀ ਪਤ ਇੱਜ਼ਤ ਰੱਖਣਾ ਕੀਤੀ। ਅਗਨ ਦੇਖਤਾ ਗਤ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਜਿਨ੍ਹਾਂ ਦੀ ਮਿਹਰ ਭਰੀ ਨਦਰ ਪੈਣ ਦੇ ਨਾਲ, ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੀ ਨਦਰ ਪੈਣ ਦੇ ਨਾਲ ਅਗਨ ਜਿਹੜੇ ਆ ਗਤ, ਅਗਨ ਮੈਂ ਨਾ ਪਾਪ ਹੁੰਦੇ, ਗਤ ਮੈਂ ਨਾ ਇੱਥੇ ਆ ਨਾਸ਼। ਔਰ ਮਹਾਰਾਜ ਤੁਸੀਂ ਪਾਪਾਂ ਦਾ ਨਾਸ਼ ਕਰ ਦਿੰਦੇ ਹੋ ਤੇ ਉਹਨਾਂ ਦੀ ਪਤ ਇੱਜ਼ਤ ਆਬਰੂ ਦੇ ਰਖਵਾਲੇ ਬਣ ਜਾਂਦੇ ਹੋ। ਚਰਨ ਕਵਲ ਜਾਸ, ਜਿਹਦੇ ਚਰਨਾਂ ਕਮਲਾਂ ਦੇ ਨਾਲ ਜੁੜ ਕਰਕੇ ਉਪਦੇਸ਼ ਨੂੰ ਕਮਾ ਕੇ ਔਰ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ। ਜਦੋਂ ਸਭ ਬਿਦ ਸਾਰੇ ਤਰ੍ਹਾਂ
ਮਨ ਬਾਣੀ ਸਰੀਰ ਕਰਕੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ। ਮਨ ਉਦੋਂ ਪ੍ਰਸੰਨ ਹੋ ਗਿਆ ਔਰ ਫੁਰ ਅਵਸਥਾ ਵਿੱਚ ਆ ਗਿਆ। ਕਹਿੰਦੇ ਤਬ ਹੀ ਭਇਓ ਪ੍ਰਸੰਨ, ਖੁਸ਼ ਹੋ ਗਏ ਗੁਰੂ ਅਮਰਦਾਸ ਮਹਾਰਾਜ। ਫਿਰ ਕੀ ਹੋਇਆ? ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਮਹਾਰਾਜ ਜਦੋਂ ਆਪ ਨੇ ਮਨ ਬਾਣੀ ਸਰੀਰ ਕਰਕੇ ਗੁਰੂ ਦੇ ਬਚਨਾਂ ਨੂੰ ਮੰਨਿਆ, ਗੁਰੂ ਅਮਰਦਾਸ ਸਾਹਿਬ ਤੁਹਾਡੇ ਤੇ ਪ੍ਰਸੰਨ ਹੋ ਗਏ। ਤੁਹਾਨੂੰ ਗ੍ਰਸਥ ਦੇ ਵਿੱਚ ਰਹਿ ਕੇ ਔਰ ਪ੍ਰਕਾਸ਼ ਸਰੂਪ ਬਾਹਰ ਦਾ ਦੁਨੀਆ ਦਾ ਤਖਤ ਵੀ ਤੇ ਅੰਦਰ ਗਿਆਨ ਦਾ ਪ੍ਰਕਾਸ਼ ਜੋਤ ਗੁਰੂ ਨਾਨਕ ਸਾਹਿਬ ਦੀ ਔਰ ਜੁੜਨ ਵਾਲੀ ਜਿਹੜੀ ਸੀ ਉਹ ਤਖਤ ਤੇ ਤੁਹਾਨੂੰ ਸੁਭਾਏਮਨ ਕਰ ਦਿੱਤਾ। ਇਹ ਭੱਟ ਨਲ ਜੀ ਨੇ ਔਰ ਗੁਰੂ ਰਾਮਦਾਸ ਮਹਾਰਾਜ ਦੀ ਉਸਤਤ ਅੰਦਰ ਸਵਾਈਏ ਕਹੇ ਨੇ। ਸਤਿਗੁਰੂ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਵਿਚਾਰਾਂ ਕਰਨੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਸਾਨੂੰ ਪੜ੍ਹਨ ਸੁਣਨ ਸੁਣਾਉਣ ਵਾਲਿਆਂ ਤੇ ਮਿਹਰ ਦਾ ਹੱਥ ਰੱਖਣ। ਅਸੀਂ ਕਿਨਕਾ ਮਾਤਰ ਕਿਤੇ ਕਮਾ ਸਕੀਏ, ਉਹਦੇ ਮਾਰਗ ਤੇ ਦੋ ਕਦਮਾਂ ਵਧਾ ਸਕੀਏ। ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।